ਹੁਣ ਸਾਧ ਸੰਗਤ ਇਹਦੇ ਨਾਲ ਦੀ ਕੋਈ ਕਥਾ ਦੋ ਭਾਗਾਂ ਦੇ ਵਿੱਚ ਚੱਲ ਰਹੀ ਹੈ। ਮੇਦਨੀ ਪ੍ਰਕਾਸ਼ ਨਾਲ ਸ਼ਿਕਾਰ ਖੇਡਣ ਜਾਣਾ ਸਤਿਗੁਰੂ ਜੀ ਨੇ ਜਦੋਂ ਨਾਹਨ ਰਾਜ ਦੇ ਵਿੱਚ ਰਾਜੇ ਦਰਬਾਰ ਵਿੱਚ ਪਹੁੰਚ ਚੁੱਕੇ ਸਨ, ਸਤਿਗੁਰੂ ਜੀ ਨੇ ਆਰਾਮ ਕਰਕੇ ਕੁਛ ਟਾਈਮ ਦੂਸਰੇ ਦਿਨ ਸ਼ਾਮ ਨੂੰ ਸ਼ਿਕਾਰ ਖੇਡਣ ਜਾਣਾ। ਕੁਛ ਉੱਥੇ ਬਚਨ ਚਾਰੇ ਕਿ ਲੈ ਕੇ ਨਾਨ ਗੁਰੂ ਜਗਤੇਸ ਹੂੰ ਕਹੋ, खेल वह अखेर के बहाने बन गहाई, फिरे दूर लो हजूर सो बखाने बाक, हैरों प्रभ पूर्ण जहाँ को चित चाई, होए सब रीत सुख कोई रुत में ना दुख, दीजे फरमाए मुख इहाँ निर्वाही, तिहाँ घाल जेरा करो नंद विसेरा, नित नगर वसेरा बने आप जो हमाई, ऊच नीच थान फिरो गुर भगवान बहो, मन में बुलंद ही पैसिंद को न आवे, बिचरत गए रामर जन्मा प्रवाह जहाँ, हीर हर खाने नीर अधिक सुहावई, दीर्घ जो दून ताकि दून के चौन करे, लोकन ते सून बन जहाँ दिस आवई, सब्जी के हार है कि सब्जी बहार है, ਸਵੰਜਮ ਵਿਹਾਰ ਹੈ ਆਨੰਦ ਉਪਜਾਈ ਹੈ। ਸਤਿਗੁਰੂ ਜੀ ਨੂੰ ਸ਼ਿਕਾਰ ਖੇਡਣ ਤੇ ਸੰਘਣੇ ਬਨ ਦੇਖਣ ਦਾ ਬਹੁਤ ਸ਼ੌਂਕ ਸੀ। ਨਾਹਨ ਰਾਜ ਜੰਗਲਾਂ ਦਾ ਘਰ ਸੀ। ਜਮਨਾ ਕਿਨਾਰੇ ਉੱਚੀਆਂ ਨੀਵੀਆਂ ਥਾਵਾਂ ਉੱਤੇ ਝੀਲ, ਚੀਲ, ਕੈਲ, ਦੇਦਾਰ ਤੋਂ ਬਿਨਾਂ ਹੋਰ ਵੀ ਅਨੇਕ ਪ੍ਰਕਾਰ ਦੇ ਉੱਚੇ ਨੀਵੇਂ ਬਿਰਛ ਦਰੱਖਤ ਸਨ। ਜਮਨਾ ਦੇ ਕਿਨਾਰੇ ਅਨੇਕਾਂ ਉੱਚੀਆਂ ਨੀਵੀਆਂ ਥਾਵਾਂ ਸਨ, ਜਿਨ੍ਹਾਂ ਨੂੰ ਦੇਖਦਿਆਂ ਭੁੱਖ ਲੱਥਦੀ ਸੀ। ਸਤਿਗੁਰੂ ਜੀ ਨੇ ਮੇਦਨੀ ਪ੍ਰਕਾਸ਼ ਨੂੰ ਨਾਲ ਲਿਆ ਤੇ ਸ਼ਿਕਾਰ ਖੇਡਣ ਸ਼ੁਰੂ ਕੀਤਾ। ਸ਼ਿਕਾਰ ਖੇਡਦੇ ਹੋਏ ਇੱਧਰ ਉੱਧਰ ਦੂਰ ਤੱਕ ਨਿਕਲ ਜਾਂਦੇ ਸਨ। ਸਵੇਰੇ ਸ਼ਾਮ ਨੂੰ ਦੀਵਾਨ ਲਾਉਂਦੇ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਅਤੇ ਬਾਕੀ ਸਮੇਂ ਸ਼ਿਕਾਰ ਖੇਡਣ ਵਿੱਚ ਬਤੀਤ ਕਰਦੇ। ਨਾਹਨ ਦੀ ਧਰਤੀ ਸਤਿਗੁਰੂ ਜੀ ਨੂੰ ਬਸੰਤ ਬਹਾਰ ਵਾਂਗ ਬਹੁਤ ਸੁੰਦਰ ਲੱਗੀ। ਜਿੱਧਰ ਜਾਂਦੇ ਉੱਧਰ ਹੀ ਕੁਦਰਤੀ ਮਨੋਰੰਜਕ ਵਸੀਲੇ ਬਹੁਤ ਸਨ। ਕਈ ਐਸੀਆਂ ਢੇਰੀਆਂ ਸਨ ਜਿੱਥੇ ਸੁੰਦਰ ਸ਼ਹਿਰ ਵੱਸ ਸਕਦੇ ਸਨ। ਜੰਗਲਾਂ ਵਿੱਚ ਸ਼ੇਰਾਂ ਤੇ ਹਰਨਾਂ ਆਦਿਕ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਪਸ਼ੂ ਜੂਨੋਂ ਭੁਗਤ ਕੀਤਾ। ਇੱਕ ਦਿਨ ਫਿਰਦੇ ਹੋਏ ਸਤਿਗੁਰੂ ਜੀ ਐਸੇ ਸਥਾਨ 'ਤੇ ਪੁੱਜੇ ਜਿਸ ਸਥਾਨ ਨੂੰ ਅੱਜ ਕੱਲ੍ਹ ਪਾਉਂਟਾ ਸਾਹਿਬ ਆਖਿਆ ਜਾਂਦਾ ਹੈ। ਇਸ ਸਥਾਨ ਨੂੰ ਦੇਖ ਕੇ ਸਤਿਗੁਰੂ ਜੀ ਥੋੜ੍ਹਾ ਚਿਰ ਸੋਚਦੇ ਰਹੇ। ਸਾਹਿਬਾਂ ਦਾ ਚਿਹਰਾ ਗੰਭੀਰ ਦੇਖ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਪੁੱਛਿਆ, ਇਹ ਦੀਨ ਦਿਆਲ ਆਪ ਕੀ ਸੋਚ ਰਹੇ ਹੋ? ਸੋਚ ਰਹੇ ਹਾਂ ਕਿ ਇੱਥੇ ਕੁਝ ਚਿਰ ਰਹਿਣ ਵਾਸਤੇ ਕਿਲ੍ਹਾ ਰੂਪ ਮਕਾਨ ਤਿਆਰ ਕੀਤਾ ਜਾਵੇ। ਇਸ ਸੁੰਦਰ ਥਾਂ 'ਤੇ ਪਾਣੀ ਰਚੀ ਜਾਵੇ ਅਤੇ ਪ੍ਰਾਚੀਨ ਗ੍ਰੰਥਾਂ ਨੂੰ ਵਿਚਾਰਿਆ ਜਾਵੇ। ਇਸ ਸਥਾਨ ਵਿੱਦਿਆ ਪੜ੍ਹਨ ਲਿਖਣ ਵਾਸਤੇ ਬਹੁਤ ਸੁੰਦਰ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਕੋਈ ਪੂਰਬਲੇ ਜਨਮ ਦੀ ਪ੍ਰੀਤ ਅਤੇ ਸਾਂਝ ਅਸਾਂ ਨੂੰ ਖਿੱਚ ਰਹੀ ਹੈ। ਸ਼ਾਇਦ ਕਦੀ ਇੱਥੇ ਪਹਿਲਾਂ ਵੀ ਅਸਾਂ ਦਾ ਵਾਸਾ ਰਿਹਾ ਹੋਵੇ। ਮੇਰੇ ਧੰਨ ਭਾਗੋ ਜੇ ਇਸ ਸਥਾਨ ਨੂੰ ਭਾਗ ਲਾਵੋ ਤਾਂ ਇਸ ਤੋਂ ਵੱਧ ਕੀ ਖੁਸ਼ੀ ਹੋ ਸਕਦੀ ਹੈ। ਬਸ ਹੁਕਮ ਕਰੋ, ਕੈਸੀ ਇਮਾਰਤ, ਕਿਹੋ ਜਿਹਾ ਕਿਲ੍ਹਾ ਚਾਹੀਦਾ ਹੈ। ਅਸੀਂ ਜ਼ਰੂਰ ਹੁਣੇ ਤਿਆਰ ਕਰਵਾਉਂਦੇ ਹਾਂ। ਆਪ ਹੱਥੀਂ ਸੇਵਾ ਕਰਾਂਗੇ, ਹੱਥ ਸਫਲ ਹੋਣਗੇ
ਭਾਰੀ ਪੱਥਰਾਂ ਨੂੰ ਚੁੱਕ ਚੁੱਕ ਕੇ ਕੰਧਾਂ ਉੱਤੇ ਰੱਖਾਂਗੇ। ਮਿਹਰਾਂ ਹੋ ਗਈਆਂ ਹਨ, ਹੁਣ ਮੈਂ ਰੋਜ਼ ਨਿਹਾਲ ਹੋਇਆ ਕਰਾਂਗਾ। ਰਾਜਾ ਕਹਿੰਦਾ, ਇਹ ਜੂਨ ਹੀ ਭਾਗਾਂ ਭਰੀ ਹੋ ਜਾਵੇਗੀ। ਰਾਜੇ ਮੇਦਨੀ ਪ੍ਰਕਾਸ਼ ਨੇ ਪ੍ਰਸੰਨਤਾ ਦੇ ਨਾਲ ਉਛਲਦਿਆਂ ਹੋਇਆਂ ਆਖਿਆ। ਮਹਾਰਾਜ ਕਹਿੰਦੇ, ਹੇ ਰਾਜਨ, ਐਸਾ ਹੀ ਹੋ ਜਾਵੇਗਾ। ਸਤਿਗੁਰੂ ਜੀ ਨੇ ਬਚਨ ਕੀਤਾ, ਸਵੇਰ ਤੋਂ ਹੀ ਇਹ ਸਥਾਨ ਸਾਫ਼ ਹੋਣਾ ਆਰੰਭ ਹੋ ਜਾਣਾ ਚਾਹੀਦਾ ਹੈ। ਅਸੀਂ ਕੁਝ ਚਿਰ ਇੱਥੇ ਡੇਰੇ ਲਾਵਾਂਗੇ, ਅਕਾਲ ਪੁਰਖ ਦਾ ਐਸਾ ਹੀ ਹੁਕਮ ਹੈ। ਸਤਿਗੁਰੂ ਜੀ ਕਹਿੰਦੇ, ਇੱਥੇ ਅਸੀਂ ਸ਼ਹਿਰ ਵਸਾਵਾਂਗੇ ਪੌਂਟਾ ਸਾਹਿਬ, ਅਤੇ ਬਹੁਤ ਵਧੀਆ ਇਲਾਕਾ, ਅਤੇ ਇਹਨੂੰ ਸਵੇਰੇ ਸਾਫ਼ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਰਾਜੇ ਮੇਦਨੀ ਪ੍ਰਕਾਸ਼ ਨੂੰ ਸਤਿਗੁਰੂ ਜੀ ਨੇ ਆਖਿਆ। ਹੁਣ ਕਿਲੇ ਦੀ ਸਾਰੀ ਅਤੇ ਫਤਿਹ ਸ਼ਾਹ ਦੇ ਵਜ਼ੀਰ ਨੇ ਸਤਿਗੁਰੂ ਜੀ ਦੇ ਹਜ਼ੂਰ ਆਉਣਾ। ਹੁਣ ਪੌਂਟਾ ਨਾਮ ਦਾ ਨਗਰ ਜਮਨਾ ਦੇ ਕਿਨਾਰੇ ਸੀ। ਇਸ ਨਗਰ ਦੇ 20-20 ਮੀਲ ਦੂਰ ਤੱਕ ਰਾਜਾ ਮੇਦਨੀ ਪ੍ਰਕਾਸ਼ ਨੇ ਸਾਰੇ ਨਗਰ ਸਤਿਗੁਰੂ ਜੀ ਦੀ ਇੱਛਾ 'ਤੇ ਛੱਡ ਦਿੱਤੇ। ਇਹ ਵੀ ਆਖ ਦਿੱਤਾ ਕਿ ਜੇ ਉਹ ਚਾਹੁਣ ਤਾਂ ਇੰਨੇ ਇਲਾਕੇ ਨਗਰਾਂ ਦਾ ਮਾਮਲਾ ਵੀ ਬੇਸ਼ੱਕ ਆਪ ਇਕੱਠਾ ਕਰ ਲਿਆ ਕਰਨ, ਪਰ ਸਤਿਗੁਰੂ ਦੀ ਇੱਛਾ ਕੋਈ ਰਾਜ ਕਰਨ ਦੀ ਨਹੀਂ ਸੀ। ਉਹਨਾਂ ਨੂੰ ਤਾਂ ਸਿੱਖ ਸੇਵਕ ਹੀ ਬੇਅੰਤ ਧਨ ਭੇਟਾ ਕਰੀ ਜਾਂਦੇ ਸਨ। ਜਿਸ ਸਥਾਨ 'ਤੇ ਸਾਹਿਬਾਂ ਹੁਕਮ ਕੀਤਾ ਸੀ, ਉਸ ਸਥਾਨ ਦੇ ਉੱਤੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਨੇ ਡੇਰਾ ਉੱਥੇ ਲੈ ਆਏ। ਸਾਰੀ ਸੈਨਾ ਵੀ ਨਾਲ ਸੀ। ਸਿੱਖ ਸੇਵਕ ਅਤੇ ਸੈਨਿਕ ਵੀ ਹੱਥੀਂ ਸੇਵਾ ਕਰਨ ਲੱਗੇ। ਕੋਈ ਚੂਨਾ ਤਿਆਰ ਕਰਨ ਲੱਗਾ, ਕਿਸੇ ਨੂੰ ਜੰਗਲ ਵਿੱਚ ਲੱਕੜੀ ਕੱਟਣ 'ਤੇ ਲਾ ਦਿੱਤਾ। ਪੌਂਟਾ ਦੇ ਇਲਾਕੇ ਵਿੱਚ ਜਮਨਾ ਦੇ ਆਰ ਪਾਰ ਰਾਮ ਰਾਏ ਦੀ ਸਿੱਖੀ ਸੀ। ਸਾਰੇ ਹਿੰਦੂ ਜਨਤਾ ਦੇ ਰਾਜੇ ਉਹਨਾਂ ਨੂੰ ਆਤਮਿਕ ਗੁਰੂ ਮੰਨਦੇ ਸੀ। ਰਾਮ ਰਾਏ ਜੀ ਆਪ ਦੇਹਰਾਦੂਨ ਰਹਿੰਦੇ ਸਨ, ਜਿੱਥੇ ਆਪ ਦਾ ਮੰਦਰ ਅਜੇ ਤੱਕ ਕਾਇਮ ਹੈ। ਉਸ ਨਾਲ ਲੱਖਾਂ ਰੁਪਏ ਦੀ ਜੰਗੀਰ ਹੈ। ਪੌਂਟਾ ਦੇ ਚਗਿਰਦੇ 'ਤੇ ਹਿੰਦੂ ਕੁਝ ਤਰਵਕ ਗਏ। ਉਹ ਨੱਠੇ ਦੇਹਰਾਦੂਨ ਰਾਮ ਰਾਏ ਜੀ ਦੇ ਪਾਸ ਪੁੱਜੇ ਅਤੇ ਰਾਮ ਰਾਏ ਜੀ ਨੂੰ ਸਾਰਾ ਹਾਲ ਦੱਸਿਆ। ਜਦੋਂ ਇਹ ਕਿਹਾ ਉਹ ਅਨੰਦਪੁਰ ਤੋਂ ਆਏ ਹਨ, ਉਹਨਾਂ ਦਾ ਨਾਂ ਗੋਬਿੰਦ ਰਾਏ ਜੀ ਹੈ ਅਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦੱਸੀਦੇ ਹਨ। ਕਲਗੀ ਉਹਨਾਂ ਦੇ ਸੀਸ 'ਤੇ ਹੈ, ਸੁੰਦਰ ਗੱਭਰੂ ਅਤੇ ਰੱਬੀ ਨੂਰ ਚਿਹਰੇ 'ਤੇ ਹੈ। ਬਰਕਤਾਂ ਦੇ ਰਿਧੀਆਂ ਸਿਧੀਆਂ ਉਹਨਾਂ ਦੀ ਸੇਵਾ ਕਰਦੀਆਂ ਹਨ। 700 ਦੇ ਲਗਭਗ ਨਾਲ ਸਿੱਖ ਸੇਵਕ ਹਨ, ਜਿਨ੍ਹਾਂ ਕੋਲ ਘੋੜੇ ਅਤੇ ਸ਼ਸਤਰ ਹਨ। ਤਾਂ ਰਾਮ ਰਾਏ ਜੀ ਝਟਪਟ ਜਾਣ ਗਏ ਕਿ ਉਹਨਾਂ ਕੋਲ ਘੋੜੇ ਅਤੇ ਸ਼ਸਤਰ ਹਨ। ਤਾਂ ਰਾਮ ਰਾਏ ਦੇ ਚਿੱਤ ਪਤਾ ਨਹੀਂ ਕੀ ਆਇਆ ਕਿ ਉਹ ਕ੍ਰੋਧਵਾਨ ਨਹੀਂ ਹੋਏ। ਉਹਨਾਂ ਨੇ ਨਿੰਦਾ ਜਾਂ ਘਿਰਣਾ ਨਹੀਂ ਕੀਤੀ, ਸਗੋਂ ਖੁਸ਼ ਹੋਏ ਅਤੇ ਮੁਖੀਆਂ ਨੂੰ ਕਿਹਾ, ਜਾਓ ਉਹਨਾਂ ਦੀ ਸੇਵਾ ਕਰੋ, ਕਲਿਆਣ ਕਰਨ ਵਾਲੇ ਹਨ। ਸੇਵਾ ਕਰੋ ਅਤੇ ਜਨਮ ਸਫਲਾ ਕਰੋ। ਉਹਨਾਂ ਪਾਸੋਂ ਨਾਮਦਾਨ ਪ੍ਰਾਪਤ ਕਰੋ। ਉਹ ਮਹਾਬਲੀ ਧਰਮ ਰੱਖਿਅਕ ਅਤੇ ਗਿਆਨ ਦਾਤਾ ਹਨ। ਜਦੋਂ ਰਾਮ ਰਾਏ ਜੀ ਨੇ ਸਤਿਗੁਰੂ ਜੀ ਦੀ ਉਸਤਤ ਕੀਤੀ ਤਾਂ ਸਾਰੇ ਮੁਖੀਏ ਸਤਿਗੁਰੂ ਦੇ ਸ਼ਰਧਾਲੂ ਬਣ ਕੇ ਵਾਪਸ ਆ ਗਏ। ਪੌਂਟੇ ਪੁੱਜ ਕੇ ਆਪੋ ਆਪਣੀਆਂ ਘਰੀਂ ਨਹੀਂ, ਸਗੋਂ ਸਿੱਧੇ ਸਤਿਗੁਰੂ ਦੀ ਹਜ਼ੂਰੀ ਵਿੱਚ ਪੁੱਜੇ। ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਨੂੰ ਰਾਮ ਰਾਏ ਜੀ ਨੇ ਤੁਸਾਂ ਦੇ ਪਾਸ ਭੇਜਿਆ ਹੈ।
ਅੱਜ ਤੋਂ ਤੁਸਾਂ ਦੇ ਚਰਨ ਸੇਵਕ ਹੋਏ। ਅਸਾਂ ਨੂੰ ਨਾਮ ਦਾ ਇਸ਼ਨਾਨ ਬਖਸ਼ ਕੇ ਸਿੱਖੀ ਮਾਰਗ ਦੇ ਪਾਂਧੀ ਬਣਵਾਵੋ। ਅੱਗੇ ਦਾ ਡਰ ਰਾਤ ਦਿਨੇ ਆਰਾਮ ਨਾਲ ਜੀਵਨ ਨਹੀਂ ਕੱਟਣ ਦਿੰਦਾ, ਉਹ ਡਰ ਦੂਰ ਕਰੋ। ਨਾਮ ਸਿਮਰਨ ਦੀ ਵਿਧੀ ਦੱਸੋ, ਨਾਲ ਹੀ ਦੱਸੋ ਕਿ ਕੀ ਸੇਵਾ ਕਰੀਏ। ਵਾਹਿਗੁਰੂ ਦਾ ਸਿਮਰਨ ਕਰੋ ਤੇ ਗੁਰੂ ਘਰ ਦੀ ਸੇਵਾ ਕਰੋ। ਤੁਸਾਂ ਦੇ ਇਲਾਕੇ 'ਚ ਕਿਲ੍ਹਾ ਤਿਆਰ ਹੋ ਰਿਹਾ ਹੈ, ਕਰੋ ਸੇਵਾ। ਸਤਿਗੁਰੂ ਦੇ ਨਾਲ ਬੈਠੇ ਮੁਖੀ ਸਿੱਖ ਭਾਈ ਸੰਗੋ ਸਾਹ ਨੇ ਉੱਤਰ ਦਿੱਤਾ, ਸੇਵਾ ਤੋਂ ਮੇਵਾ ਮਿਲਦਾ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ, ਤਿੰਨਾਂ ਨੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕੀਤੀਆਂ ਹਨ। ਸਾਰਿਆਂ ਨੂੰ ਸਤਿਗੁਰੂ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਉਹ ਗੁਰੂ ਘਰ ਦੀ ਸੇਵਾ ਕਰਨ ਲੱਗੇ। ਸ੍ਰੀਨਗਰ ਦਾ ਰਾਜਾ ਫਤਿਹ ਸ਼ਾਹ ਵੀ ਰਾਮ ਰਾਏ ਜੀ ਦਾ ਚੇਲਾ ਸੀ। ਉਹ ਜਦੋਂ ਰਾਮ ਰਾਏ ਜੀ ਨੂੰ ਮਿਲਿਆ ਤਾਂ ਉਸ ਕੋਲ ਵੀ ਰਾਮ ਰਾਏ ਜੀ ਨੇ ਸਤਿਗੁਰੂ ਦੀ ਬਹੁਤ ਉਸਤਤ ਕੀਤੀ। ਉਹ ਉਸਤਤ ਕਰਨ ਦਾ ਇਹ ਫਲ ਹੋਇਆ ਕਿ ਰਾਜਾ ਫਤਿਹ ਸ਼ਾਹ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਤਾਵਲਾ ਹੋ ਗਿਆ। ਆਪਣੇ ਰਾਜ ਵਿੱਚ ਪਹੁੰਚ ਕੇ ਉਸਨੇ ਆਪਣੇ ਵਜ਼ੀਰ ਨੂੰ ਸਤਿਗੁਰੂ ਜੀ ਦੇ ਵੱਲ ਭੇਜਿਆ। ਵਜ਼ੀਰ ਬੜਾ ਸਿਆਣਾ ਸੀ। ਉਸਨੇ ਪਹਿਲਾਂ ਮਸੰਦ ਤੇ ਮੇਵੜਿਆਂ ਕੋਲੋਂ ਗੁਰੂ ਘਰ ਦੀ ਮਰਜ਼ਾਦਾ ਦਾ ਪਤਾ ਕੀਤਾ, ਫਿਰ ਸਤਿਗੁਰੂ ਦੇ ਦਰਸ਼ਨ ਕੀਤੇ। ਜੋ ਵਸਤੂਆਂ ਭੇਟਾ ਕਰਨ ਵਾਸਤੇ ਲਿਆਂਦੀਆਂ ਸਨ, ਉਹ ਭੇਟਾ ਕੀਤੀਆਂ ਤੇ ਰਾਜੇ ਵੱਲੋਂ ਇਉਂ ਬੇਨਤੀ ਕੀਤੀ, ਰਾਜਾ ਫਤਿਹ ਸ਼ਾਹ ਤੁਸਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦਾ ਹੈ। ਕੁਝ ਭੁਲੇਖੇ ਮਨ ਵਿੱਚ ਸਨ, ਹੁਣ ਉਹ ਦੂਰ ਗਏ ਹਨ। ਖਿਮਾ ਕਰਨੀ, ਦਇਆ ਦ੍ਰਿਸ਼ਟੀ ਰੱਖਣੀ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਅਸਾਂ ਤੇ ਪ੍ਰੇਮ ਤੇ ਸਿੱਖੀ ਦੇ ਭੁੱਖੇ ਹਾਂ। ਅਸਾਂ ਨੂੰ ਨਾ ਰਾਜ ਦੀ ਗਰਜ ਹੈ, ਨਾ ਲਾਲਚ ਦੀ। ਮਾਇਆ ਗੁਰੂ ਘਰ ਦੀ ਦਾਸੀ ਹੈ। ਜਿਹੜਾ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਅਤੇ ਅਕਾਲ ਪੁਰਖ ਨਾਲ ਪਿਆਰ ਕਰਦਾ ਹੈ, ਅਸੀਂ ਉਸ ਨਾਲ ਪਿਆਰ ਕਰਦੇ ਹਾਂ। ਅਸਾਂ ਦਾ ਜੀਵਨ ਨਿਸ਼ਾਨਾ ਹੈ ਧਰਮ ਦਾ ਪ੍ਰਚਾਰ ਕਰਨਾ ਤੇ ਦੁਸ਼ਟਾਂ ਦਾ ਨਾਸ਼ ਕਰਨਾ। ਜੋ ਸਮਾਜ, ਮਨੁੱਖਤਾ ਤੇ ਧਰਮ ਦੇ ਬੈਰੀ ਹਨ, ਉਹਨਾਂ ਨੂੰ ਅਸਾਂ ਨੇ ਸੋਧਣਾ ਹੈ। ਜਿਹੜੇ ਧਰਮੀ ਪੁਰਸ਼ ਸੰਤ ਜਨ, ਗੁਣੀ ਤੇ ਵਿਦਵਾਨ ਹਨ, ਉਹਨਾਂ ਦਾ ਆਦਰ ਸਤਿਕਾਰ ਕਰਨਾ ਹੈ। ਇਸ ਵਾਸਤੇ ਤੁਸੀਂ ਰਾਜਾ ਸਾਹਿਬ ਨੂੰ ਕਹਿ ਦੇਣਾ ਕਿ ਅਸੀਂ ਭੁੱਲੇ ਪੁਰਸ਼ਾਂ ਦਾ ਸਦਾ ਸੰਗੀ ਹਾਂ। ਰਾਜਾ ਭਗਵਾਨ ਦੇ ਨਾਮ ਦਾ ਸਿਮਰਨ ਕਰੇ। ਜਿਸ ਅਕਾਲ ਪੁਰਖ ਨੇ ਉਸ ਨੂੰ ਰਾਜ ਦਿੱਤਾ ਹੈ, ਰਾਜ ਨਾਲ ਪਿਆਰ ਕਰਨ ਦੀ ਥਾਂ ਰਾਜ ਬਖਸ਼ਣ ਵਾਲੇ ਨੂੰ ਚੇਤੇ ਰੱਖਣਾ ਚਾਹੀਦਾ ਹੈ। ਸਿਆਣੇ ਵਜ਼ੀਰ ਨੇ ਸਤਿਗੁਰੂ ਦੇ ਚਰਨਾਂ ਅੱਗੇ ਸੀਸ ਝੁਕਾਇਆ ਅਤੇ ਬਹੁਤ ਸਾਰੀ ਰਕਮ ਭੇਟਾ ਕਰਕੇ ਆਪਣੇ ਰਾਜ ਵੱਲ ਹੌਲੇ ਦਿਲ ਚਲਿਆ ਗਿਆ। ਸਤਿਗੁਰੂ ਕਿਲੇ ਨੂੰ ਤਿਆਰ ਕਰਵਾਉਂਦੇ ਰਹੇ ਤੇ ਜੀਵਾਂ ਦਾ ਆਧਾਰ ਕਰਦੇ ਰਹੇ। ਪਹਾੜ ਦੀਆਂ ਕੁੱਖਾਂ ਵਿੱਚ ਬਸਣ ਵਾਲੇ ਗਰੀਬ ਤੇ ਭੋਲੇ ਭਾਲੇ ਲੋਕ ਆ ਕੇ ਗੁਰੂ ਘਰ ਦੇ ਸ਼ਰਧਾਲੂ ਬਣਨ ਲੱਗੇ। ਇੱਧਰ ਰਾਜਾ ਫਤਿਹ ਸ਼ਾਹ ਤੇ ਰਾਜਾ ਮੇਦਨੀ ਪ੍ਰਕਾਸ਼ ਦਾ ਸਮਝੌਤਾ ਕਰਾਉਣਾ। ਹੁਣ ਜਿਵੇਂ ਅਸੀਂ ਪਿੱਛੇ ਦੱਸ ਆਏ ਹਾਂ ਕਿ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਵਿਚਾਲੇ ਮਾਮੂਲੀ ਗੱਲਾਂ ਤੇ ਬੈਰ ਭਾਵ ਪੈਦਾ ਹੋ ਚੁੱਕਾ ਸੀ।
ਬੈਰ ਵੱਧਦਾ ਵੱਧਦਾ ਇਸ ਮੋੜ ਤੱਕ ਪੁੱਜ ਚੁੱਕਾ ਸੀ, ਜਿੱਥੇ ਲੜਾਈ ਹੋ ਜਾਣ ਦੀ ਸੰਭਾਵਨਾ ਜ਼ਰੂਰ ਸੀ। ਸਤਿਗੁਰੂ ਜੀ ਅਮਨ ਦੇ ਦੇਵਤੇ ਸਨ। ਉਹ ਨਹੀਂ ਸਨ ਚਾਹੁੰਦੇ ਕਿ ਜੰਗ ਹੋਵੇ। ਹਿੰਦੂ ਰਿਆਸਤਾਂ ਦੀ ਪਾਟੋ ਧਾੜ ਤੇ ਖਾਨਾ ਜੰਗੀ ਨੇ ਤਾਂ ਭਾਰਤ ਦੇਸ਼ ਨੂੰ ਪਰਦੇਸੀਆਂ ਦਾ ਗੁਲਾਮ ਬਣਾਇਆ ਹੋਇਆ ਸੀ। ਹਿੰਦੂ ਧਰਮ ਨਸ਼ਟ ਹੋ ਰਿਹਾ ਸੀ, ਵੇਦ ਰੀਤੀ ਮੁੱਕ ਰਹੀ ਸੀ, ਇਸਲਾਮ ਦਾ ਪ੍ਰਚਾਰ ਹੋ ਰਿਹਾ ਸੀ। ਮੁਗਲ ਸ਼ੇਰ ਬਣ ਕੇ ਭਾਰਤ ਦੇ ਅਸਲ ਵਸਨੀਕਾਂ ਨੂੰ ਡਰਾਉਂਦੇ ਸਨ। ਸਤਿਗੁਰੂ ਜੀ ਐਸੀਆਂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਭਾਰਤ ਨੂੰ ਸਰਜੀਤ ਕਰਨਾ ਚਾਹੁੰਦੇ ਸਨ। ਉਹ ਭਾਰਤ ਨੂੰ ਸੁਤੰਤਰ ਤੇ ਸੱਚਮੁੱਚ ਸੋਨੇ ਦੀ ਚਿੜੀਆ ਬਣੀ ਹੋਈ ਦੇਖਣ ਵਾਸਤੇ ਲੜ ਰਹੇ ਸਨ। ਮੁਗਲ ਸਰਕਾਰ ਦੇ ਜ਼ੁਲਮ ਅੱਗੇ ਪਿਤਾ ਜੀ ਦਾ ਬਲੀਦਾਨ ਆਪ ਨੇ ਦਿੱਤਾ। ਰਤਾ ਜਿੰਨੀ ਝਿਜਕ ਨਹੀਂ ਕੀਤੀ, ਨੈਣਾ ਵਿੱਚੋਂ ਇੱਕ ਹੰਝੂ ਨਹੀਂ ਸੀ ਕਰਨ ਦਿੱਤਾ। ਮੂਰਖ ਹਿੰਦੂ ਰਾਜਿਆਂ ਨੇ ਆਪ ਦਾ ਸਾਥ ਨਾ ਦਿੱਤਾ। ਜੇਕਰ ਪੂਰਾ ਸਾਥ ਦਿੰਦੇ ਤਾਂ 18ਵੀਂ ਸਦੀ ਦੇ ਸ਼ੁਰੂ ਤੋਂ ਹੀ ਹਿੰਦੁਸਤਾਨ ਦਾ ਇਤਿਹਾਸ ਤਬਦੀਲ ਹੋ ਜਾਣਾ ਸੀ। ਸਤਿਗੁਰੂ ਜੀ ਦੇ ਪਿੱਛੋਂ ਜੋ 100 ਸਾਲ ਸਿੰਘਾਂ ਨੂੰ ਲੜਾਈਆਂ ਲੜਨੀਆਂ ਤੇ ਕੁਰਬਾਨੀਆਂ ਦੇਣੀਆਂ ਪਈਆਂ, ਉਹ ਨਾ ਦੇਣੀਆਂ ਪੈਂਦੀਆਂ। ਰਾਜਾ ਮੇਦਨੀ ਪ੍ਰਕਾਸ਼ ਨੇ ਮਨੋਭਾਵਾਂ ਨੂੰ ਪ੍ਰਗਟ ਕਰਦਿਆਂ ਹੋਇਆਂ ਦੱਸਿਆ ਕਿ ਉਹ ਲੜਾਈ ਨਹੀਂ ਲੜਨਾ ਚਾਹੁੰਦਾ, ਪਰ ਰਾਜਾ ਫਤਿਹ ਸ਼ਾਹ ਕਰਾਹੇ ਤੁਰ ਰਿਹਾ ਸੀ। ਉਹ ਮਾੜੇ ਆਦਮੀਆਂ ਦੇ ਆਖੇ ਲੱਗ ਕੇ ਬਹੁਤ ਵਾਧੂ ਗੱਲਾਂ ਕਰਦਾ ਸੀ। ਸਤਿਗੁਰੂ ਨੇ ਆਪਣੇ ਮਾਮਾ ਕਿਰਪਾਲ ਚੰਦ ਜੀ ਨੂੰ ਤਿਆਰ ਕੀਤਾ ਕਿ ਉਹ ਅਮਨ ਤੇ ਪ੍ਰੇਮ ਦਾ ਸੰਦੇਸ਼ ਲੈ ਕੇ ਰਾਜੇ ਫਤਿਹ ਸ਼ਾਹ ਪਾਸ ਕੋਲ ਜਾਣ। ਉਹਨਾਂ ਨੂੰ ਸਤਿਗੁਰੂ ਜੀ ਵੱਲੋਂ ਸੁਨੇਹਾ ਦੇਵਣ ਕਿ ਸਤਿਗੁਰੂ ਜੀ ਤੁਸਾਂ ਦੇ ਰਾਜਾ ਮੇਦਨੀ ਪ੍ਰਕਾਸ਼ ਦਾ ਸਮਝੌਤਾ ਕਰਾਉਣਾ ਚਾਹੁੰਦੇ ਹਨ। ਬਾਕੀ ਗੱਲਾਂ ਸਮਝਾ ਦਿੱਤੀਆਂ। ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਦਾ ਪ੍ਰੇਮ ਸੰਦੇਸ਼ ਲੈ ਕੇ ਸ੍ਰੀਨਗਰ ਪਹੁੰਚ ਗਏ। ਅੱਗੇ ਰਾਜਾ ਫਤਿਹ ਸ਼ਾਹ ਰਾਜ ਭਵਨ ਵਿੱਚ ਹੀ ਸੀ, ਕਿਉਂਕਿ ਉਹ ਆਪਣੀ ਕੰਨਿਆ ਦਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਸੀ। ਅਰਦਲੀਆਂ ਨੇ ਜਦ ਉਸ ਨੂੰ ਦੱਸਿਆ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉਹਨਾਂ ਦੇ ਮਾਮਾ ਜੀ ਸੰਦੇਸ਼ ਲੈ ਕੇ ਪੁੱਜੇ ਹਨ, ਤਾਂ ਬਹੁਤ ਖੁਸ਼ ਹੋਇਆ। ਉਸਨੇ ਮਾਮਾ ਕਿਰਪਾਲ ਚੰਦ ਜੀ ਦੇ ਚਰਨ ਧੋ ਕੇ ਚਰਨਾ ਅੰਮ੍ਰਿਤ ਲਿਆ, ਆਪ ਅਤੇ ਆਪਣੇ ਪਰਿਵਾਰ ਨੂੰ ਪੀਣ ਵਾਸਤੇ ਦਿੱਤਾ। ਰੱਜ ਕੇ ਸੇਵਾ ਕੀਤੀ। ਜਦੋਂ ਸੇਵਾ ਤੇ ਸਵਾਗਤ ਕਰਨ ਦੀ ਮਰਜ਼ਾਦਾ ਖਤਮ ਹੋ ਗਈ ਤਾਂ ਰਾਜੇ ਨੇ ਕਿਰਪਾਲ ਚੰਦ ਜੀ ਪਾਸੋਂ ਸਤਿਗੁਰੂ ਦੀ ਸੁੱਖ ਸਾਂਦ ਪੁੱਛੀ। ਨਾਲ ਹੀ ਪੁੱਛਿਆ ਕਿ ਉਸ ਨੂੰ ਸਤਿਗੁਰੂ ਜੀ ਦਾ ਕੀ ਹੁਕਮ ਹੈ, ਉਹ ਕੀ ਸੇਵਾ ਕਰੇ। ਤਾਂ ਮਾਮਾ ਕਿਰਪਾਲ ਚੰਦ ਜੀ ਨੇ ਇਉਂ ਬਚਨ ਕੀਤਾ, ਹੇ ਰਾਜਨ, ਸਤਿਗੁਰੂ ਜੀ ਅਮਨ ਤੇ ਸੁਤੰਤਰਤਾ ਦੇ ਅਵਤਾਰ ਹਨ। ਆਪ ਸਿਰਫ ਅਕਾਲ ਪੁਰਖ ਦੀ ਪੂਜਾ ਕਰਦੇ ਹਨ। ਲੋਕ ਸੇਵਾ ਜੀਵਨ ਮਨੋਰਥ ਹੈ। ਮੈਨੂੰ ਉਹਨਾਂ ਨੇ ਆਪ ਦੇ ਪਾਸ ਭੇਜਿਆ ਹੈ ਪ੍ਰੇਮ ਦਾ ਸੰਦੇਸ਼ ਦੇ ਕੇ। ਕੀ ਸੰਦੇਸ਼ ਹੈ? ਮਹਾਂਪੁਰਖਾਂ ਦਾ ਰਾਜਾ ਕਹਿੰਦਾ, ਜਿਨ੍ਹਾਂ ਨੂੰ ਮੈਂ ਖਿਤਾਬ ਮਿਲਣਾ ਚਾਹੁੰਦਾ ਸਾਂ,
ਖੁਦ ਮਿਲਣਾ ਚਾਹੁੰਦਾ ਸਾਂ। ਰਾਜਾ ਫਤਿਹ ਸ਼ਾਹ ਨੇ ਪੁੱਛਿਆ। ਉਹਨਾਂ ਨੇ ਪ੍ਰੇਮ ਭਰੇ ਸ਼ਬਦਾਂ ਵਿੱਚ ਫਰਮਾਇਆ ਕਿ ਆਪ ਰਾਜਾ ਫਤਿਹ ਸ਼ਾਹ ਅਤੇ ਰਾਜਾ ਮੇਦਨੀ ਪ੍ਰਕਾਸ਼ ਦੇ ਵਿਚਾਲੇ ਜੋ ਵੈਰ ਭਾਵ ਹੈ ਉਹ ਨਹੀਂ ਹੋਣਾ ਚਾਹੀਦਾ, ਉਸ ਨੂੰ ਮਿਟਾ ਦਿੱਤਾ ਜਾਵੇਗਾ, ਕਿਉਂਕਿ ਦੇਸ਼ ਦੇ ਰਾਜਨੀਤਿਕ ਹਾਲਾਤ ਬਹੁਤ ਮਾੜੇ ਹਨ। ਮੁਗਲ ਪਰਦੇਸੀ ਅਸਾਂ ਹਿੰਦੂਆਂ ਉੱਤੇ ਹਕੂਮਤ ਕਰਦਾ ਹੈ। ਉਹ ਇਸੇ ਵਾਸਤੇ ਕਿ ਅਸੀਂ ਆਪੋ ਵਿੱਚ ਦੀ ਰਲ ਕੇ ਬੈਠਣਾ ਛੱਡ ਦਿੱਤਾ ਹੈ। ਅਸੀਂ ਸਾਰੇ ਹੀ ਰਾਜਪੂਤ ਰਾਜਿਆਂ ਦੇ ਪੁੱਤਰ ਬਣ ਗਏ ਹਾਂ। ਇੱਕ ਦੂਸਰੇ ਆਪਣੇ ਭਰਾ ਦਾ ਸਤਿਕਾਰ ਨਹੀਂ ਕਰਦੇ ਅਤੇ ਬੈਰੀ ਨਾਲ ਦੋਸਤੀ ਪਾਉਂਦੇ ਹਨ। ਹਿੰਦੂ ਮੰਦਰ ਢਾਹ ਢੇਰੀ ਕੀਤੇ ਜਾ ਰਹੇ ਹਨ। ਦੇਵਲ ਪੂਜਾ ਬੰਦ ਹੋ ਰਹੀ ਹੈ। ਹਿੰਦੂ ਸੰਤ ਅਤੇ ਹਿੰਦੂ ਨਾਰੀ ਸੁਤੰਤਰਤਾ ਨਾਲ ਬਾਹਰ ਨਹੀਂ ਫਿਰ ਸਕਦੀ। ਮੁਗਲ ਸਰਕਾਰ ਨਵੇਂ ਸੂਰਜ ਜੇਜੀਆ ਲਾਉਂਦੀ ਹੈ। ਹਿੰਦੂ ਨਾਰੀਆਂ ਦੀ ਨਿੱਤ ਨਰਾਦਰੀ ਹੁੰਦੀ ਹੈ। ਜੇ ਅਸੀਂ ਸਾਰੇ ਹਿੰਦੂ ਇਕਮੁੱਠ ਹੋ ਜਾਈਏ, ਦੇਸ਼ ਦੇ ਵੀਰਾਂ ਦਾ ਬੁਰਾ ਨਾ ਤੱਕੀਏ ਅਤੇ ਧਰਮ ਕਰਮ ਵਿੱਚ ਪੂਰੇ ਰਹੀਏ, ਤਾਂ ਪਰਦੇਸੀ ਕਦੀ ਵੀ ਅਸਾਂ ਉੱਤੇ ਜ਼ੁਲਮ ਨਹੀਂ ਢਾ ਸਕਦਾ, ਕਿਉਂਕਿ ਉਹ ਗਿਣਤੀ ਵਿੱਚ ਥੋੜ੍ਹਾ ਪਰਦੇਸੀ ਹੈ। ਬੁੱਧੀਹੀਨ ਤਲਵਾਰਧਾਰੀ ਰਾਖਸ਼ ਹੈ। ਉਹ ਝੂਠ ਤੇ ਪੂਰਾ ਕੂੜ ਹੈ ਕਿ ਹਿੰਦੂ ਮੁਗਲ ਨਾਲੋਂ ਬਲ ਵਿੱਚ ਕਮਜ਼ੋਰ ਹੈ। ਗੁਲਾਮੀ ਨੇ ਕਮਜ਼ੋਰ ਕੀਤਾ ਹੈ। ਸਤਿਗੁਰੂ ਦੀ ਇੱਛਾ ਕਿ ਨਿਰਬਲ ਹੋ ਚੁੱਕੀ ਹਿੰਦੂ ਜਾਤੀ ਨੂੰ ਨਵੇਂ ਰੂਪ ਵਿੱਚ ਜਥੇਬੰਦ ਤੇ ਸਰਜੀਤ ਕੀਤਾ ਜਾਵੇ। ਧਰਮ ਤੇ ਅਕਾਲ ਪੁਰਖ ਭਗਵਾਨ ਉੱਤੇ ਪੂਰਾ ਭਰੋਸਾ ਕਰਾਇਆ ਜਾਵੇ। ਇਸ ਵਾਸਤੇ ਤੁਸੀਂ ਰਾਜੇ ਮੇਦਨੀ ਪ੍ਰਕਾਸ਼ ਵੱਲ ਮਿੱਤਰਤਾ ਦਾ ਹੱਥ ਵਧਾਓ। ਉਹ ਨੇਕ ਤੇ ਭਲਾ ਪੁਰਸ਼ ਹੈ। ਉਹ ਵੀ ਇਹੋ ਆਖਦਾ ਹੈ। ਕਿ ਉਹ ਕਿਸੇ ਕੀਮਤ ਤੇ ਵੀ ਲੜਨਾ ਨਹੀਂ ਚਾਹੁੰਦਾ। ਹੁਣ ਰਾਜਾ ਫਤਿਹ ਸ਼ਾਹ ਦਾ ਸਿਰ ਝੁਕ ਗਿਆ, ਕਿਉਂਕਿ ਰਾਜੇ ਮੇਦਨੀ ਪ੍ਰਕਾਸ਼ ਨਾਲ ਦੁਸ਼ਮਣੀ ਹੋਣ ਵਿੱਚ ਵਾਧਾ ਫਤਿਹ ਸ਼ਾਹ ਦਾ ਸੀ। ਉਸਨੇ ਮਾਮੇ ਕਿਰਪਾਲ ਚੰਦ ਨੂੰ ਕਿਹਾ, ਮੈਂ ਰਾਜੇ ਮੇਦਨੀ ਪ੍ਰਕਾਸ਼ ਨਾਲ ਮਿੱਤਰਤਾ ਪਾਉਣ ਨੂੰ ਤਿਆਰ ਹਾਂ। ਅਸੀਂ ਪਹਿਲਾਂ ਵੀ ਕਦੀ ਭਰਾ ਸਾਂ ਤੇ ਹੁਣ ਫੇਰ ਬਣਨ ਨੂੰ ਤਿਆਰ ਹਾਂ। ਜਿਵੇਂ ਸਤਿਗੁਰੂ ਦਾ ਹੁਕਮ ਹੈ ਤਿਵੇਂ ਮੈਂ ਕਰਾਂਗਾ। ਫਿਰ ਆਪ ਨਾਹਣ ਚੱਲਣ ਦੀ ਤਿਆਰੀ ਕਰੋ। ਮੈਂ ਤੁਸਾਂ ਨੂੰ ਲੈਣ ਵਾਸਤੇ ਹੀ ਆਇਆ ਹਾਂ। ਰਾਜੇ ਫਤਿਹ ਸ਼ਾਹ ਨੇ ਉਸੇ ਵੇਲੇ ਆਪਣੇ ਵਜ਼ੀਰ ਤੇ ਸੈਨਾਪਤੀ ਨੂੰ ਹੁਕਮ ਦਿੱਤਾ ਕਿ ਉਹਨਾਂ ਰਾਜੇ ਦੇ ਨਾਹਣ ਜਾਣ ਦਾ ਪੂਰਾ ਬੰਦੋਬਸਤ ਕੀਤਾ ਜਾਵੇ। ਨਾਲ ਥੋੜ੍ਹੇ ਜਿਹੇ ਜਵਾਨ ਤੇ ਸੇਵਕ ਚੱਲਣ। ਅੰਨ ਕੱਪੜਾ ਤੇ ਮਾਇਆ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਸਤਿਗੁਰੂ ਦੀ ਭੇਟਾ ਕਰਨ ਵਾਸਤੇ ਚੰਗੀਆਂ ਤੇ ਅਚਰਜ ਵਸਤੂਆਂ ਹੋਣੀਆਂ ਚਾਹੀਦੀਆਂ ਹਨ। ਮੈਂ ਆਪਣੇ ਦੇਵਤਾ ਪ੍ਰਭੂ ਨਹੀਂ ਭਗਵਾਨ ਨੂੰ ਮਿਲਣ ਵਾਸਤੇ ਜਾਣਾ ਹੈ। ਉਹਨਾਂ ਦੇ ਆਦਰ ਸਤਿਕਾਰ ਕਰਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਨਾ ਰਹਿ ਜਾਵੇ। ਰਾਜੇ ਦੀ ਆਗਿਆ ਦਾ ਪਾਲਣ ਹੋ ਗਿਆ। ਪੂਰੀ ਤਿਆਰੀ ਹੋਣ ਲੱਗੀ ਤੇ ਸਤਿਗੁਰੂ ਜੀ ਦੇ ਵੱਲ ਤਿਆਰੀ ਕਰ ਦਿੱਤੀ। ਮਾਮਾ ਕਿਰਪਾਲ ਚੰਦ ਤੇ ਰਾਜਾ ਫਤਿਹ ਸ਼ਾਹ ਘੋੜਿਆਂ ਉੱਤੇ ਸਵਾਰ ਹੋ ਬੈਠੇ। ਸੁੰਦਰ ਪਰਬਤਾਂ ਦੀਆਂ ਉੱਚੀਆਂ ਨੀਵੀਆਂ ਥਾਵਾਂ ਉੱਤੋਂ ਦੀ ਲੰਘਦੇ ਹੋਏ, ਹਰੇ ਭਰੇ ਬਣਾਂ ਨੂੰ ਦੇਖਦੇ ਹੋਏ ਜਮਨਾ ਕਿਨਾਰੇ ਪੌਂਟੇ ਪੁੱਜ ਗਏ। ਅੱਗੇ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਦੀ ਹਜ਼ੂਰੀ ਵਿੱਚ ਸੀ। ਦੁਨੀ ਚੰਦ ਵਾਲੇ ਸੁੰਦਰ ਤੰਬੂ ਵਿੱਚ ਸਾਹਿਬਾਂ ਦਾ ਡੇਰਾ ਸੀ। ਇਹ ਰਾਤ ਦਾ ਦੀਵਾਨ ਲੱਗਿਆ ਹੋਇਆ ਸੀ।
ਧਰਮ ਦਾ ਉਪਦੇਸ਼ ਸਤਿਗੁਰੂ ਜੀ ਆਪ ਕਰ ਰਹੇ ਸਨ। ਮਾਮੇ ਕਿਰਪਾਲ ਚੰਦ ਦੀ ਦੱਸੀ ਮਰਜ਼ਾਦਾ ਦੇ ਅਨੁਸਾਰ ਰਾਜੇ ਨੇ ਸਤਿਗੁਰੂ ਦੇ ਚਰਨਾਂ 'ਤੇ ਮੱਥਾ ਟੇਕਿਆ। ਸਿੱਖਾਂ ਨੇ ਪ੍ਰਸ਼ਾਦ ਦਿੱਤਾ ਅਤੇ ਉਸ ਦੀਆਂ ਭੇਟਾਂ ਕੀਤੀਆਂ ਹੋਈਆਂ ਵਸਤੂਆਂ ਦੀ ਅਰਦਾਸ ਕੀਤੀ। ਰਾਜੇ ਮੇਦਨੀ ਪ੍ਰਕਾਸ਼ ਦੇ ਕੋਲ ਬਿਠਾ ਦਿੱਤਾ ਗਿਆ। 2 ਘੜੀਆਂ ਸਤਸੰਗ ਵਿੱਚ ਬੈਠਣ ਦਾ ਸਮਾਂ ਮਿਲ ਗਿਆ। ਸੰਗਤ ਵਿੱਚ ਸੱਚੇ ਪਾਤਸ਼ਾਹ ਬੈਠੇ ਸਨ। ਡੇਰਾ ਪਵਿੱਤਰ ਜਮਨਾ ਕਿਨਾਰੇ ਸੀ। ਰਾਜੇ ਫਤਿਹ ਸ਼ਾਹ ਨੂੰ ਇਉਂ ਜਾਪਿਆ ਜਿਵੇਂ ਉਹ ਸੱਚਮੁੱਚ ਸਵਰਗ ਵਿੱਚ ਪਾਰ ਬ੍ਰਹਮ ਦੀ ਕਚਹਿਰੀ ਵਿੱਚ ਆ ਬੈਠਾ ਹੈ, ਜਿੱਥੇ ਧਰਮ ਦਾ ਨਿਆਂ ਹੋ ਰਿਹਾ ਹੈ, ਜਿੱਥੇ ਬੈਰ ਵਿਰੋਧ, ਲਾਲਚ, ਹੰਕਾਰ, ਕਾਮ, ਕ੍ਰੋਧ ਤੇ ਮੋਹ ਦਾ ਪਰਛਾਵਾਂ ਨਹੀਂ ਸੀ। ਬਸ ਵਾਹਿਗੁਰੂ ਦਾ ਹੀ ਜਸ ਹੋ ਰਿਹਾ ਸੀ। ਤੂੰ ਹੀ ਤੂੰ ਦੀ ਧੁਨੀ ਉਤਪੰਨ ਹੋ ਰਹੀ ਸੀ ਕਿ ਰਾਜਾ ਤੇ ਕੀ ਕੰਗਾਲ ਸਭ ਜਗਿਆਸੂ ਰੂਪ ਹੋ ਕੇ ਪ੍ਰੇਮ ਨਾਲ ਬੈਠੇ ਸਨ। ਕੋਈ ਵੀ ਕਿਸੇ ਵੱਲ ਘੂਰਦਾ ਨਹੀਂ ਸੀ ਤੇ ਨਾ ਕੋਈ ਕਿਸੇ ਦੇ ਹੁਕਮ ਕਰਨ ਦੀ ਇੱਛਾ ਕਰਦਾ ਸੀ। ਉੱਥੋਂ ਦੇ ਬਾਜੂ ਮੰਡਲ ਵਿੱਚ ਸ਼ਾਂਤੀ ਹੀ ਸ਼ਾਂਤੀ ਸੀ, ਪ੍ਰੀਤ ਹੀ ਪ੍ਰੀਤ ਸੀ। ਰਾਜੇ ਦੇ ਹਿਰਦੇ ਵਿੱਚੋਂ ਹੰਕਾਰ ਦਾ ਨਾਸ ਹੋ ਗਿਆ। ਉਹਦੀ ਆਤਮਾ ਨਿਰਮਲ ਹੋ ਗਈ। ਸਾਹਿਬਾਂ ਨੇ ਉਪਦੇਸ਼ ਦਾ ਭੋਗ ਪਾਇਆ ਤੇ ਰਾਜਾ ਫਤਿਹ ਸ਼ਾਹ ਨੇ ਦੁਬਾਰਾ ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕਿਆ। ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਫਰਮਾਇਆ, ਬਹੁਤ ਖੁਸ਼ੀ ਦੀ ਗੱਲ ਹੈ, ਤੁਸਾਂ ਆ ਪੁੱਜੇ। ਅਸਾਂ ਦੇ ਸੱਦਣ ਦਾ ਮਨੋਰਥ ਦਾ ਸਮਝ ਹੀ ਗਏ ਹੋਵੋਗੇ। ਇਸ ਵਾਸਤੇ ਰਾਜਾ ਮੇਦਨੀ ਪ੍ਰਕਾਸ਼ ਨਾਲ ਹੱਥ ਮਿਲਾਵੋ। ਸਕੇ ਵੀਰਾਂ ਵਾਂਗ ਗਲ ਮਿਲੋ ਤੇ ਬੈਰੀ ਤੋਂ ਵੀਰ ਬਣੋ। ਮਿਲ ਕੇ ਪ੍ਰੇਮ ਭਾਵਨਾ ਨਾਲ ਜਗਤ ਵਿੱਚ ਰਹਿਣਾ ਹੀ ਜੀਵਨ ਹੈ। ਇਹ ਜਗਤ ਨਾਸਵੰਤ ਹੈ। ਇੱਥੇ ਅਨੇਕਾਂ ਰਾਜੇ ਮਹਾਰਾਜੇ ਤੇ ਸੰਸਾਰ ਨੂੰ ਜਿੱਤਣ ਵਾਲੇ ਹੋ ਗੁਜ਼ਰੇ, ਅੰਤੋਂ ਖਾਕ ਵਿੱਚ ਮਿਲੇ। ਅੱਜ ਉਹਨਾਂ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ। ਹੰਕਾਰ ਨੂੰ ਛੱਡ ਕੇ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਜੋ ਇਸ ਜੀਵਨ ਦਾ ਮਨੋਰਥ ਹੈ। ਸਾਰੇ ਜੀਵ ਨਿਆਰੇ ਨਿਆਰੇ ਰੂਪ ਵਿੱਚ ਉਸ ਪਰਾਬ੍ਰਹਮ ਨੇ ਆਪਣੇ ਰੂਪ 'ਤੇ ਪ੍ਰਗਟ ਹੋਏ ਹਨ ਅਤੇ ਉਸ ਨਾਲ ਹੀ ਜਾ ਮਿਲਣਗੇ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ में मिलाएंगे। जैसे एक धूर ते अनेक धूर पूर्त है, धूर के कनौका फेर धूर ही समाएंगे। जैसे एक नद ते तुरंग कोट उपजद है, पान के तरंग सभी पान ही कहाएंगे। तैसे बिरस रूप ते अभूत भूत प्रगट होई, ताही ते उपच सवे ताही में समाएंगे। केते कछ मछ केते उनको करत भस, केते अश वश हुए सपस उड जाएंगे। केते नव बीच अछ पच कऊ करेंगे कछ भस, केतक परतछ हुए पचाए खाए जाएंगे। जल कहाँ थल कहाँ गगन के गौन कहाँ, काल के बनाए सवे काल ही चबाएंगे। तेज स्यों अतेज में अतेज जैसे तेज लीन, ताही ते उपच सवे ताही में समाएंगे। महाराज ने अकाल उस्ताद ਵਿੱਚ ਇਹ ਬਚਨ ਹੈ। महाराज ਕਹਿੰਦੇ ਬਚਨ ਸੁਣ ਕੇ ਰਾਜਾ ਫਤਿਹ ਸ਼ਾਹ ਦੇ ਸਾਰੇ ਭੁਲੇਖੇ ਦੂਰ ਹੋ ਗਏ। ਉਸਨੇ ਉੱਠ ਕੇ ਰਾਜੇ ਮੇਦਨੀ ਪ੍ਰਕਾਸ਼ ਨੂੰ ਜੱਫੀ ਵਿੱਚ ਘੁੱਟ ਲਿਆ। ਵਿਛੜੇ ਵੀਰਾਂ ਵਾਂਗ ਦੋਵੇਂ ਮਿਲੇ। ਫਿਰ ਦੋਹਾਂ ਨੇ ਸਤਿਗੁਰੂ ਦੇ ਚਰਨਾਂ ਉੱਤੇ ਮੱਥਾ ਟੇਕਿਆ
ਤੇ ਨਿਹਾਲ ਹੋ ਗਏ। ਇਸ ਤਰ੍ਹਾਂ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਦੀ ਸੁਲ੍ਹਾ ਹੋ ਗਈ। ਦੋਨੇ ਰਾਜ ਆਪਸ ਵਿੱਚ ਇੱਕ ਦੂਜੇ ਨਾਲ ਬਹੁਤ ਪ੍ਰੇਮ ਤੇ ਸਤਿਕਾਰ ਨਾਲ ਮਿਲਦੇ ਰਹੇ। ਜਿੰਨੀਆਂ ਵੀ ਫੌਜਾਂ ਬਾਰਡਰਾਂ 'ਤੇ ਖੜ੍ਹੀਆਂ ਸੀ ਸਭ ਹਟਾ ਕੇ ਆਪੋ ਆਪਣੇ ਕੰਮਾਂ 'ਤੇ ਲਾ ਲਈਆਂ। ਕੋਈ ਡਰ ਨਾ ਰਿਹਾ। ਸਤਿਗੁਰੂ ਜੀ ਉੱਥੇ ਪਾਉਂਟਾ ਸ਼ਹਿਰ ਦੇ ਵਿੱਚ ਵਸ ਰਹੇ ਹਨ। ਬੜੀ ਧੂਮ ਧਾਮ ਨਾਲ ਸ਼ਿਕਾਰ ਖੇਡਦੇ, ਯੋਧੇ ਇੱਧਰ ਉੱਧਰ ਘੁੰਮਦੇ। ਬੜੀਆਂ ਮੁਸ਼ਕਾਂ ਹੁੰਦੀਆਂ ਜਿਹੜੀਆਂ ਲੜਾਈ ਦਾ, ਯੁੱਧ ਦਾ ਅਭਿਆਸ ਕਰਦੀਆਂ। ਬਹੁਤ ਦੂਰ ਦੂਰ ਤੋਂ ਸਿੱਖ ਸੇਵਕ ਬਣਦੇ। ਇਸ ਤਰ੍ਹਾਂ ਸਤਿਗੁਰੂ ਦੀ ਬੜੀ ਮਹਿਮਾ ਦੂਰ ਦੂਰ ਤੱਕ ਪਹਾੜੀਆਂ 'ਚ ਵੀ ਗੂੰਜ ਉੱਠੀ। ਅੱਜ ਦੀ ਕਥਾ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁਧ ਬੁੱਧ ਚਾਓ ਪਾਓ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।